ਹੈਲੋ एवरीवन। ਅੱਜ ਅਸੀਂ ਕਰਾਂਗੇ 10ਵੀਂ ਤੇ SST ਦੇ ਭੂਗੋਲ ਦਾ ਲੈਸਨ ਨੰਬਰ 3 ਯਲਵਾਜੂ ਪਾਰਟ 1 ਨਾਲ ਦੇਖੀਏ। ਯਲਵਾਜੂ ਜਾਂ ਪੌਣ ਪਾਣੀ ਸ਼ਬਦ ਦੇ ਅਰਥ ਵਿੱਚ ਕਿਸੇ ਸਥਾਨ ਤੇ ਲੰਮੇ ਸਮੇਂ ਮੌਸਮੀ ਹਾਲਤਾਂ ਮਤਲਬ ਕਿ ਕਿਸੇ ਲੰਮੇ ਸਮੇਂ ਤੱਕ ਜਿਵੇਂ 4 5 ਜਾਂ 6 ਮਹੀਨੇ ਇੱਕੋ ਜਿਹਾ ਮੌਸਮ ਰਹਿੰਦਾ ਉਹਨੂੰ ਕਹਿੰਦੇ ਨੇ, ਜਿਨ੍ਹਾਂ ਵਿੱਚ ਇੱਕ ਜਗ੍ਹਾ ਦਾ ਤਾਪਮਾਨ ਉੱਥੇ ਵਹਿ ਰਹੀ ਹਵਾ ਵਿੱਚ ਨਮੀ ਦੀ ਮਾਤਰਾ ਕਿੰਨੀ ਰਹਿੰਦੀ ਹੈ ਸ਼ਾਮਿਲ ਹੁੰਦਾ ਹੈ। ਮਤਲਬ ਕਿ ਉੱਥੇ ਦਾ ਤਾਪਮਾਨ ਕੀ ਹੈ, ਗਰਮ ਆ ਜਾਂ ਠੰਡਾ, ਤੇ ਉੱਥੇ ਜਿਹੜੀ ਹਵਾ ਦਾ ਦਬਾਅ ਕਿਹੋ ਜਿਹਾ, ਉਹਦੇ ਵਿੱਚ ਹਵਾ 'ਚ ਨਮੀ ਕਿੰਨੀ ਮਾਤਰਾ ਦੇ ਵਿੱਚ, ਇਹ ਸਾਰਾ ਕੁਝ ਨੂੰ ਮਿਲਾ ਕੇ ਅਸੀਂ ਕਹਿੰਦੇ ਹਾਂ ਯਲਵਾਜੂ। ਇਹ ਮਾਤਰਾ ਮੋਟੇ ਤੌਰ ਤੇ ਉਸ ਸਥਾਨ ਦੀ ਧਰਤੀ ਭਿੰਨਤਾ, ਸਮੁੰਦਰ ਤੋਂ ਫਾਸਲਾ ਤੇ ਭੂ-ਮੱਧ ਰੇਖਾ ਤੋਂ ਦੂਰੀ ਜਿਹੇ 3 ਮਹੱਤਵਪੂਰਨ ਤੱਤਾਂ ਦੁਆਰਾ ਨਿਰਧਾਰਿਤ ਕੀਤੀ ਜਾਂਦੀ ਹੈ, ਜਿਸ ਦਾ ਮਨੁੱਖ ਅਤੇ ਉਸ ਦੀਆਂ ਕਿਰਿਆਵਾਂ 'ਤੇ ਡੂੰਘਾ ਅਸਰ ਪੈਂਦਾ ਹੈ। ਹੁਣ ਯਲਵਾਜੂ ਨਿਰਧਾਰਿਤ ਕਿਵੇਂ ਕੀਤੀ ਜਾਂਦੀ ਹੈ? ਜੇ ਅਸੀਂ ਸਰਸਰੀ ਤੌਰ 'ਤੇ ਦੇਖੀਏ ਤਾਂ ਅਸੀਂ ਇਹ ਦੇਖਾਂਗੇ ਕਿ ਧਰਤੀ ਦੀ ਭਿੰਨਤਾ ਹੈ ਜੀ, ਉੱਥੇ ਪਹਾੜ ਨੇ, ਪਰਬਤ ਨੇ, ਨਦੀਆਂ ਨੇ ਜਾਂ ਮੈਦਾਨ ਨੇ, ਠੀਕ ਆ। ਅਤੇ ਉਹ ਸਮੁੰਦਰ ਤੋਂ ਜਗ੍ਹਾ ਕਿੰਨੀ ਦੂਰ ਹੈ ਜਾਂ ਕਿੰਨੀ ਨੇੜੇ ਆ। ਅਸੀਂ ਇਹ ਵੀ ਦੇਖਾਂਗੇ ਭੂ-ਮੱਧ ਰੇਖਾ ਤੋਂ ਉਹ ਜਿਹੜੀ ਸਥਾਨ ਆ ਉਹ ਕਿੰਨੀ ਦੂਰੀ 'ਤੇ ਸਥਿਤ ਹੈ। ਇਹਨਾਂ ਤਿੰਨਾਂ ਚੀਜ਼ਾਂ ਦੇ ਨਾਲ ਹੀ ਨਿਰਧਾਰਿਤ ਹੁੰਦਾ ਵੀ ਕਿਸੇ ਜਗ੍ਹਾ ਦਾ ਤਾਪਮਾਨ ਕਿਹੋ ਜਿਹਾ ਹੋਊਗਾ, ਅਤੇ ਉੱਥੋਂ ਤਾਪਮਾਨ ਦੇ ਅਕੋਰਡਿੰਗ ਹੀ ਉੱਥੇ ਦੇ ਜਿਹੜੇ ਮਨੁੱਖ ਹੁੰਦਾ ਉਹਦੇ ਕੰਮ ਹੁੰਦੇ, ਉਹਦੀਆਂ ਕਿਰਿਆਵਾਂ ਹੁੰਦੀਆਂ ਨੇ। ਭਾਰਤ ਇੱਕ ਵਿਸ਼ਾਲ ਦੇਸ਼ ਹੈ ਜਿਸ ਦੀਆਂ ਵੱਡੀਆਂ ਧਰਾਤਲੀ ਇਕਾਈਆਂ ਪ੍ਰਾਇਦੀਪੀ ਹੋਂਦ ਅਤੇ ਕਰਕ ਰੇਖਾ ਦੀ ਸਥਿਤੀ ਇਸ ਦੇ ਯਲਵਾਜੂ 'ਤੇ ਸਪਸ਼ਟ ਪ੍ਰਭਾਵ ਪਾਉਂਦੇ ਹਨ, ਠੀਕ ਆ। ਭਾਰਤ 'ਤੇ ਧਰਾਤਲ ਦੀਆਂ ਇਕਾਈਆਂ, ਕਿਧਰੇ ਪੱਧਰਾ ਮੈਦਾਨ ਆ, ਕਿਧਰੇ ਪਹਾੜ ਨੇ, ਅਤੇ ਪ੍ਰਾਇਦੀਪੀ ਹੋਂਦ ਅਤੇ ਕਰਕ ਰੇਖਾ ਦੀ ਸਥਿਤੀ ਹੈ ਜਿਹੜੇ ਯਲਵਾਜੂ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦੇ ਨੇ। ਦੇਸ਼ ਦੀਆਂ ਵਿਸ਼ਾਲ ਧਰਾਤਲੀ ਭਿੰਨਤਾਵਾਂ ਦੇ ਕਾਰਨ ਹੀ ਇਸ ਦੇ ਤਾਪਮਾਨ, ਵਰਖਾ, ਤੂਫਾਨ, ਪੌਣਾ ਅਤੇ ਬੱਦਲਾਂ ਆਦਿ ਮਾਤਰਾ ਵਿੱਚ ਭਿੰਨਤਾਵਾਂ ਮਿਲਦੀਆਂ ਹਨ। ਹੁਣ ਸਭ ਤੋਂ ਪਹਿਲੀ ਭਿੰਨਤਾ ਕਿਹੜੀ ਹੋਗੀ? ਖੇਤਰੀ ਭਿੰਨਤਾ। ਖੇਤਰੀ ਭਿੰਨਤਾ ਦੇਖੋ, ਤਾਪਮਾਨ ਦੇ ਪੱਖੋਂ ਦੇਸ਼ ਭਰ ਵਿੱਚ ਸਰਦੀਆਂ ਵਿੱਚ ਉੱਚੇ ਹਿਮਾਲਿਆ ਪਰਬਤ ਵਿਚਾਲੇ ਵਸੇ ਕਾਰਗਿਲ ਦੇ ਨੇੜੇ ਦਰਾਸ ਨਾਮ ਦੇ ਸਥਾਨ ਉੱਤੇ 45 ਡਿਗਰੀ ਸੈਲਸੀਅਸ ਤੱਕ ਤਾਪਮਾਨ ਗਿਰ ਜਾਂਦਾ ਹੈ। ਮਤਲਬ ਕਿ 45, ਜੇ ਉੱਥੇ ਤੁਸੀਂ ਮੰਨ ਲਓ ਜੇ ਗਰਮੀਆਂ ਦੇ ਵਿੱਚ ਉੱਥੇ ਤਾਪਮਾਨ 35 ਡਿਗਰੀ ਵੀ ਆ ਤਾਂ ਉਹ ਘਟਣਾ ਸ਼ੁਰੂ ਹੋ ਜਾਂਦਾ, ਅਤੇ ਸਰਦੀਆਂ ਦੇ ਵਿੱਚ ਉਹ ਮਾਈਨਸ ਵਿੱਚ ਚਲ ਜਾਂਦਾ। ਪਰ ਉਸੇ ਵੇਲੇ ਤਾਮਿਲਨਾਡੂ ਦੇ ਚੇਨਈ ਦੇ ਸਥਾਨ 'ਤੇ 20 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਹੁੰਦਾ ਹੈ। ਇਸੇ ਤਰ੍ਹਾਂ ਗਰਮੀਆਂ ਵਿੱਚ ਅਰਾਵਲੀ ਪਰਬਤਾਂ ਦੇ ਪੱਛਮ ਵਿੱਚ ਜੈਸਲਮੇਰ ਦੇ ਸਥਾਨ 'ਤੇ ਜਦੋਂ ਤਾਪਮਾਨ 50 ਡਿਗਰੀ ਸੈਲਸੀਅਸ ਨੂੰ ਵੀ ਪਾਰ ਕਰ ਜਾਂਦਾ ਹੈ ਤਾਂ ਸ਼੍ਰੀਨਗਰ ਵਿੱਚ ਕੇਵਲ 20 ਡਿਗਰੀ ਸੈਲਸੀਅਸ ਤੱਕ ਤਾਪਮਾਨ ਰਹਿੰਦਾ ਹੈ। ਦੇਖੋ, ਅਰਾਵਲੀ ਪਰਬਤ ਮਤਲਬ ਰਾਜਸਥਾਨ ਦੇ ਜੈਸਲਮੇਰ ਦੇ ਵਿੱਚ ਜਿੱਥੇ 50 ਡਿਗਰੀ ਟੈਂਪਰੇਚਰ ਚਲਾ ਜਾਂਦਾ ਗਰਮੀਆਂ ਦੇ ਵਿੱਚ, ਉੱਥੇ ਸ਼੍ਰੀਨਗਰ ਪਹਾੜੀ ਖੇਤਰ ਹੋਣ ਦੇ ਕਾਰਨ ਉੱਥੇ ਤਾਪਮਾਨ ਸਿਰਫ 20 ਡਿਗਰੀ ਸੈਲਸੀਅਸ ਤੱਕ ਹੀ ਜਾਂਦਾ। ਸੈਕਿੰਡ ਪੁਆਇੰਟ, ਵਰਖਾ ਦੇ ਹਿਸਾਬ ਨਾਲ ਖਾਸੀ ਦੀਆਂ ਪਹਾੜੀਆਂ ਵਿੱਚ ਚਿਰਾਪੂੰਜੀ ਦੇ ਨੇੜੇ ਪੈਂਦੇ ਪਿੰਡ ਮਾਸਿਨ ਰਾਮ ਵਿੱਚ ਦੇਸ਼ ਦੀ ਸਭ ਤੋਂ ਵੱਧ ਅਤੇ ਔਸਤ ਸਾਲਾਨਾ ਵਰਖਾ 1080 ਸੈਂਟੀਮੀਟਰ ਹੁੰਦੀ ਹੈ, ਜਦਕਿ ਪੱਛਮੀ ਥਾਰ ਮਾਰੂਥਲ ਵਿੱਚ ਸਾਲਾਨਾ ਮਤਲਬ ਪੂਰੇ ਸਾਲ ਦੀ ਵਰਖਾ ਮਾਤਰਾ ਕੇਵਲ 12 ਸੈਂਟੀਮੀਟਰ ਹੁੰਦੀ ਹੈ। ਦੂਸਰੇ ਸ਼ਬਦਾਂ ਵਿੱਚ ਅਰਾਵਲੀ ਪਰਬਤਾਂ ਦੇ ਪੱਛਮ ਵਿੱਚ ਜਿੰਨੀ ਵਰਖਾ 8 ਸਾਲਾਂ ਵਿੱਚ ਹੁੰਦੀ ਹੈ, ਉਸ ਤੋਂ ਕਿਤੇ ਜ਼ਿਆਦਾ ਚਿਰਾਪੂੰਜੀ ਵਿੱਚ ਇੱਕ ਦਿਨ ਵਿੱਚ ਹੋ ਜਾਂਦੀ ਹੈ। ਅਰਾਵਲੀ ਪਰਬਤ ਵਿੱਚ ਰਾਜਸਥਾਨ ਦੇ ਵਿੱਚ ਉੱਥੇ ਰੇਅਰ ਵਰਖਾ ਹੁੰਦੀ ਹੈ, ਲੇਕਿਨ ਚਿਰਾਪੂੰਜੀ ਦੇ ਵਿੱਚ ਸਾਰਾ ਸਾਲ ਵਰਖਾ ਹੁੰਦੀ ਰਹਿੰਦੀ ਹੈ, ਅਤੇ ਸਭ ਤੋਂ ਵੱਧ ਵਰਖਾ ਵਾਲਾ ਪ੍ਰਦੇਸ਼ ਵੀ ਉਹੀ ਗਿਣਿਆ ਜਾਂਦਾ। ਫਿਰ ਥਰਡ ਪੁਆਇੰਟ ਆ ਗਿਆ, ਬਾੜਮੇਰ ਤੇ ਜੈਸਲਮੇਰ ਵਿੱਚ ਜਿੱਥੇ ਲੋਕ ਬੱਦਲਾਂ ਲਈ ਤਰਸ ਜਾਂਦੇ ਹਨ, ਮਤਲਬ ਉੱਥੇ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ, ਉੱਥੇ ਮੇਘਾਲਿਆ ਵਿੱਚ ਸਾਰਾ ਸਾਲ ਆਕਾਸ਼ ਬੱਦਲਾਂ ਨਾਲ ਹੀ ਢੱਕਿਆ ਰਹਿੰਦਾ ਹੈ। ਲੇਕਿਨ ਮੇਘਾਲਿਆ ਉੱਥੇ ਚਿਰਾਪੂੰਜੀ ਦਾ ਪ੍ਰਦੇਸ਼ ਆਉਂਦਾ, ਤਾਂ ਉੱਥੇ ਜਿਹੜਾ ਸਾਰਾ ਸਾਲ ਵਰਖਾ ਹੁੰਦੀ ਰਹਿੰਦੀ। ਇਸੇ ਤਰ੍ਹਾਂ ਜਿਵੇਂ ਮੁੰਬਈ ਅਤੇ ਹੋਰ ਤੱਟੀ ਖੇਤਰਾਂ ਵਿੱਚ ਸਮੁੰਦਰ ਦਾ ਅਸਰ ਹੋਣ ਕਰਕੇ ਸਮ ਯਲਵਾਯੂ ਪ੍ਰਭਾਵ ਬਣਿਆ ਰਹਿੰਦਾ ਹੈ। ਸਮ ਯਲਵਾਯੂ ਮਤਲਬ ਕਿ ਨਾ ਤਾਂ ਉੱਥੇ ਬਹੁਤ ਜ਼ਿਆਦਾ ਗਰਮੀ ਹੁੰਦੀ ਆ, ਨਾ ਹੀ ਉੱਥੇ ਬਹੁਤ ਜ਼ਿਆਦਾ ਸਰਦੀ ਹੁੰਦੀ ਆ, ਸਾਰਾ ਸਾਲ ਆਲਮੋਸਟ ਇੱਕੋ ਜਿਹਾ ਮੌਸਮ ਰਹਿੰਦਾ ਉੱਥੇ। ਉਸੇ ਤਰ੍ਹਾਂ ਦਿੱਲੀ, ਚੰਡੀਗੜ੍ਹ ਅਤੇ ਲੁਧਿਆਣੇ ਦੇ ਅੰਦਰੂਨੀ ਭਾਗਾਂ ਵਿੱਚ ਯਲਵਾਯੂ ਅੱਤ ਦੀ ਕਠੋਰ ਹੁੰਦੀ ਹੈ, ਅਰਥਾਤ ਸਰਦੀਆਂ ਅੱਤ ਸਰਦ ਅਤੇ ਗਰਮੀਆਂ ਅੱਤ ਗਰਮ ਹੁੰਦੀਆਂ। ਹੁਣ ਤੁਸੀਂ ਦੇਖੋ, ਹੁਣ ਵੀ ਜਦੋਂ ਗਰਮੀ ਪੈਂਦੀ ਪਈ ਹੈ ਤਾਂ ਕਿੰਨੀ ਜ਼ਿਆਦਾ ਗਰਮੀ ਪੈਂਦੀ ਹੈ, ਟੈਂਪਰੇਚਰ 45 ਡਿਗਰੀ ਪਾਰ ਕਰ ਜਾਂਦਾ। ਸਰਦੀਆਂ ਵਿੱਚ ਵੀ ਕੜਾਕੇ ਦੀ ਠੰਡ ਪੈਂਦੀ ਹੈ। ਹੁਣ ਯਲਵਾਯੂ ਨੂੰ ਨਿਰਧਾਰਿਤ ਕਿਹੜੇ ਕਿਹੜੇ ਤੱਤ ਕਰਦੇ ਆ? ਦੇਖੋ, ਯਲਵਾਯੂ ਨੂੰ ਨਿਰਧਾਰਿਤ ਕਰਨ ਵਾਲੇ ਤੱਤ ਸਥਿਤੀ ਦੇ ਆਧਾਰ 'ਤੇ ਭਾਰਤ ਦੇ ਮੱਧ ਵਿੱਚੋਂ ਲੰਘਦੀ ਕਰਕ ਰੇਖਾ ਇਸ ਦੇ ਯਲਵਾਯੂ ਨੂੰ ਦੋ ਵੱਖ-ਵੱਖ ਕਿਸਮਾਂ ਵਿੱਚ ਵੰਡ ਦਿੰਦੀ ਹੈ। ਕਰਕ ਰੇਖਾ ਦੇ ਦੱਖਣ ਵੱਲ ਦੇ ਹਿੱਸੇ ਦੇ ਦੇਸ਼ ਦੇ ਹਿੱਸੇ ਭੂ-ਮੱਧ ਰੇਖਾ ਦੇ ਖਿੱਤੇ ਵਿੱਚ ਚਲੇ ਜਾਂਦੇ ਹਨ। ਦੱਖਣ ਵੱਲ ਜਿਹੜੇ ਆਪਾਂ ਨੀਚੇ ਆਉਂਦੇ ਆ ਆਪਣੇ ਏਰੀਆ, ਜਿਵੇਂ ਮੰਨ ਲਓ
ਆਂਧਰਾ ਪ੍ਰਦੇਸ਼, ਕੇਰਲ, ਕਰਨਾਟਕ, ਇਹ ਸਾਰੇ ਦੱਖਣ ਵਾਲੇ ਹਿੱਸੇ ਵਿੱਚ ਆਉਂਦੇ ਨੇ। ਠੀਕ ਹੈ, ਇਹ ਭੂ-ਮੱਧ ਰੇਖਾ ਵਾਲੀ ਸਾਈਡ ਚਲ ਜਾਂਦੇ ਆ। ਇਹਨਾਂ ਖੇਤਰਾਂ ਦਾ ਤਾਪਮਾਨ ਜ਼ਿਆਦਾ ਹੋਣ ਕਾਰਨ ਸਰਦੀ ਦੀ ਰੁੱਤ ਨਹੀਂ ਹੁੰਦੀ। ਇੱਥੇ ਕਦੇ ਵੀ ਸਰਦੀ ਦੀ ਰੁੱਤ ਨਹੀਂ ਹੁੰਦੀ। ਇੱਥੇ ਤਾਪਮਾਨ ਸਮੁੰਦਰ ਦੇ ਨੇੜੇ ਵੀ ਹੁੰਦੇ ਨੇ ਇਹ, ਅਤੇ ਤਾਪਮਾਨ ਹਮੇਸ਼ਾ ਆਲਮੋਸਟ ਇੱਕੋ ਜਿਹਾ ਰਹਿੰਦਾ, ਨਾ ਤਾਂ ਬਹੁਤ ਜ਼ਿਆਦਾ ਠੰਡਾ ਹੁੰਦਾ, ਨਾ ਹੀ ਬਹੁਤ ਜ਼ਿਆਦਾ ਗਰਮ ਹੁੰਦਾ ਹੈ। ਪਰ ਜਲਵਾਯੂ ਉਸ਼ਣ ਖੰਡ ਵਾਲਾ ਹੋਣਾ ਚਾਹੀਦਾ ਸੀ। ਇਸ ਉਸ਼ਣ ਰੇਖਾ ਦੇ ਉੱਤਰ ਵੱਲ ਦੇ ਖੇਤਰਾਂ ਦਾ ਤਾਪਮਾਨ ਘੱਟ ਜਾਣ ਕਰਕੇ ਸਰਦੀ ਅਤੇ ਗਰਮੀ ਦੀਆਂ ਰੁੱਤਾਂ ਤਾਂ ਹੁੰਦੀਆਂ ਹਨ, ਅਤੇ ਜਲਵਾਯੂ ਉਪ ਉਸ਼ਣ ਕਿਸਮ ਦਾ, ਮਤਲਬ ਕਿ ਉਸ਼ਣ ਰੇਖਾ ਵੱਲ ਹੋਣ ਦੇ ਕਾਰਨ ਉੱਤਰ ਭਾਰਤ ਵਿੱਚ ਜਿਹੜਾ ਗਰਮੀਆਂ ਵਿੱਚ ਜ਼ਿਆਦਾ ਗਰਮੀ ਪੈਂਦੀ ਹੈ ਅਤੇ ਸਰਦੀਆਂ ਵਿੱਚ ਜ਼ਿਆਦਾ ਸਰਦੀ ਪੈਂਦੀ ਹੈ, ਕਿਸਮ ਦਾ ਹੋਣਾ ਚਾਹੀਦਾ ਹੈ। ਪਰ ਅਜਿਹਾ ਨਹੀਂ, ਕਿਉਂਕਿ ਸਮੁੱਚੇ ਦੇਸ਼ ਦਾ ਜਲਵਾਯੂ ਭਿੰਨਤਾਵਾਂ ਨਾਲ ਭਰਿਆ ਹੈ। ਮਤਲਬ ਕਿ ਸਾਰੇ ਦੇਸ਼ ਦੇ ਵਿੱਚ ਜਲਵਾਯੂ ਇੱਕੋ ਜਿਹਾ ਨਹੀਂ ਰਹਿੰਦਾ, ਤਾਪਮਾਨ ਵੀ ਇੱਕੋ ਜਿਹਾ ਨਹੀਂ ਰਹਿੰਦਾ, ਜਿਸ ਨੂੰ ਦੇਸ਼ ਦੀ ਸਥਿਤੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਹੇਠ ਲਿਖੇ ਤੱਤ ਅਸਰ ਪਾਉਂਦੇ ਹਨ। ਠੀਕ ਹੈ, ਦੇਸ਼ ਦੀ ਸਥਿਤੀ ਨਾਲ ਵੀ, ਅਤੇ ਹੋਰ ਬਹੁਤ ਸਾਰੇ ਤੱਤ ਆ ਜਿਹੜੇ ਸਾਡੇ ਤਾਪਮਾਨ ਨੂੰ ਪ੍ਰਭਾਵਿਤ ਕਰਦੇ ਹਨ। ਪਹਿਲਾ ਕਿਹੜਾ? ਭੂ-ਮੱਧ ਰੇਖਾ ਤੋਂ ਦੂਰੀ। ਭਾਰਤ ਦੇਸ਼ ਧਰਤੀ ਦੇ ਉੱਤਰੀ ਗੋਲਾ ਅਰਧ ਵਿੱਚ ਭੂ-ਮੱਧ ਰੇਖਾ ਦੇ ਨੇੜੇ ਸਥਿਤ ਹੈ। ਜਿਹੜਾ ਭਾਰਤ ਆ ਉਹ ਜਿਹੜਾ ਗੋਲਾ ਅਰਧ ਆ, ਠੀਕ ਆ, ਇਹਦੇ ਉੱਪਰ ਵਾਲੇ ਹਿੱਸੇ ਵਿੱਚ ਸਥਿਤ ਹੈ, ਅਤੇ ਜਿਹੜਾ ਕਿ ਭੂ-ਮੱਧ ਰੇਖਾ ਦੇ ਨੇੜੇ ਸਥਿਤ ਹੈ, ਜਿਸ ਕਰਕੇ ਹਿਮਾਲਿਆ ਪਰਬਤੀ ਖੇਤਰਾਂ ਨੂੰ ਛੱਡ ਕੇ ਦੇਸ਼ ਦੇ ਲਗਭਗ ਸਾਰੇ ਖੇਤਰਾਂ ਵਿੱਚ ਸਾਰਾ ਸਾਲ ਤਾਪਮਾਨ ਉੱਚਾ ਰਹਿੰਦਾ ਹੈ। ਇਸ ਲਈ ਇਸ ਨੂੰ ਗਰਮ ਜਲਵਾਯੂ ਵਾਲਾ ਦੇਸ਼ ਵੀ ਮੰਨਿਆ ਜਾਂਦਾ ਹੈ। ਜਿਵੇਂ ਮੈਂ ਹੁਣੇ ਵਿੱਚ ਐਕਸਪਲੇਨ ਕੀਤਾ ਸੀ, ਦੱਖਣ ਦੇ ਵਿੱਚ ਸਮ ਜਲਵਾਯੂ ਪਾਇਆ ਜਾਂਦਾ ਹੈ, ਆਲਮੋਸਟ ਇੱਕੋ ਜਿਹਾ ਭੂ-ਮੱਧ ਰੇਖਾ ਦੇ ਨੇੜੇ ਹੋਣ ਦੇ ਕਾਰਨ। ਠੀਕ ਆ, ਇਸ ਕਰਕੇ ਇਹ ਗਰਮ ਜਲਵਾਯੂ ਪੈ ਜਾਂਦਾ ਹੈ। ਬਿਲਕੁਲ ਸਾਰਾ ਸਾਲ ਜਿਵੇਂ ਹਿਮਾਲਿਆ ਪਰਬਤ ਠੰਡਾ ਰਹਿੰਦਾ, ਉਹ ਵਾਲੇ ਏਰੀਆ ਨੂੰ ਛੱਡ ਕੇ ਬਾਕੀ ਸਾਰਾ ਦੇਸ਼ ਹੀ ਵਿੱਚ ਗਰਮ ਜਲਵਾਯੂ ਮਿਲਦਾ ਸਾਨੂੰ। ਫਿਰ ਆ ਗਿਆ ਧਰਾਤਲ। ਉੱਤਰ ਵਿੱਚ ਪੂਰਬ ਪੱਛਮੀ ਦਿਸ਼ਾ ਵਿੱਚ ਫੈਲੀ ਹੋਈ ਹਿਮਾਲਿਆ ਪਰਬਤ ਦੀ ਉੱਚੀ ਲੜੀ ਦਾ ਦੇਸ਼ ਦੇ ਜਲਵਾਯੂ 'ਤੇ ਬਹੁਤ ਹੀ ਡੂੰਘਾ ਪ੍ਰਭਾਵ ਪੈਂਦਾ ਹੈ। ਇੱਕ ਪਾਸੇ ਇਹ ਪਰਬਤ ਲੜੀ ਦੇਸ਼ ਨੂੰ ਏਸ਼ੀਆ ਦੇ ਮੱਧਵਰਤੀ ਭਾਗਾਂ ਤੋਂ ਆਉਣ ਵਾਲੀਆਂ ਬਰਫੀਲੀਆਂ ਅਤੇ ਸ਼ੀਤ ਲਹਿਰਾਂ ਤੋਂ ਬਚਾਉਂਦੀ ਹੈ, ਜਿਸ ਕਰਕੇ ਨਾਲ ਲੱਗਦੇ ਮੈਦਾਨੀ ਭਾਗਾਂ ਵਿੱਚ ਤਾਪਮਾਨ ਜਮਾਓ ਦਰਜੇ ਤੋਂ ਵੀ ਉੱਪਰ ਰਹਿੰਦੇ ਹਨ। ਜਮਾਓ ਮਤਲਬ ਕਿ ਮਾਈਨਸ ਵਿੱਚ ਚਲੀ ਜਾਂਦੀ ਹੈ। ਦੂਸਰੇ ਪਾਸੇ ਇਹ ਲੜੀ ਉੱਚੀ ਹੋਣ ਕਰਕੇ ਖਾੜੀ ਬੰਗਾਲ ਤੋਂ ਆਉਣ ਵਾਲੀਆਂ ਮਾਨਸੂਨ ਪੌਣਾਂ ਦੇ ਰਸਤੇ ਵਿੱਚ ਰੁਕਾਵਟ ਬਣਦੀਆਂ ਹਨ। ਜਿਹੜਾ ਹਿਮਾਲਿਆ ਪਰਬਤ ਆ, ਇਹ ਬਹੁਤ ਜ਼ਿਆਦਾ ਉੱਚੀਆਂ ਨੇ, ਜਦੋਂ ਬੰਗਾਲ ਦੀ ਖਾੜੀ ਤੋਂ ਮਾਨਸੂਨ ਪੌਣਾ ਉੱਠ ਕੇ ਆਉਂਦੀਆਂ ਤਾਂ ਇਹਨਾਂ ਨਾਲ ਟਕਰਾ ਜਾਂਦੀਆਂ, ਇਹਨਾਂ ਨੂੰ ਕ੍ਰਾਸ ਨਹੀਂ ਕਰ ਸਕਦੀਆਂ। ਠੀਕ ਆ, ਰੋਕ ਲੈਂਦੀਆਂ ਇਹਨਾਂ ਨੂੰ, ਅਤੇ ਉਹਨਾਂ ਨੂੰ ਦੇਸ਼ ਦੇ ਉੱਤਰ ਪੱਛਮੀ ਭਾਗਾਂ ਵੱਲ ਮੋੜ ਕੇ ਉੱਥੋਂ ਦੇ ਅੱਤ ਦੇ ਗਰਮ ਅਤੇ ਖੁਸ਼ਕ ਮੌਸਮ ਵਿੱਚ ਤਬਦੀਲੀ ਲਿਆ ਦਿੰਦੀ ਹੈ। ਜਦੋਂ ਰੁਕ ਜਾਂਦੀਆਂ ਨੇ ਤਾਂ ਉੱਤਰ ਪੱਛਮ ਜਿਵੇਂ ਮੰਨ ਲਓ ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ, ਇਹਨਾਂ ਸਭ ਜਗ੍ਹਾ 'ਤੇ ਬਾਰਿਸ਼ ਹੁੰਦੀ ਹੈ। ਇਹਦੇ ਕਰਕੇ ਇਹਨਾਂ ਪੌਣਾਂ ਨਾਲ ਸਮੁੰਦਰ ਤੱਟ ਦੇ ਸਾਹਮਣੇ ਵਾਲੀਆਂ ਪੱਛਮੀ ਘਾਟ ਦੀਆਂ ਢਲਾਨਾਂ ਅਤੇ ਅਸਾਮ ਦੀਆਂ ਪਹਾੜੀਆਂ 'ਤੇ ਜ਼ਿਆਦਾ ਵਰਖਾ ਹੁੰਦੀ ਹੈ। ਪਰ ਦੱਖਣ ਦੀ ਪਠਾਰ ਅਤੇ ਟਰਾਂਸ ਹਿਮਾਲਿਆ ਦੇ ਖੇਤਰ ਪੌਣ ਵਿਮੁਖੀ ਢਲਾਨਾਂ 'ਤੇ ਸਥਿਤ ਹੋਣ ਕਰਕੇ ਵਰਖਾ ਓਟ ਖਿੱਤੇ ਵਿੱਚ ਆ ਜਾਣ ਕਰਕੇ ਖੁਸ਼ਕ ਰਹਿੰਦੇ ਹਨ। ਮਤਲਬ ਕਿ ਇਹਨਾਂ ਜਗ੍ਹਾਵਾਂ 'ਤੇ ਵਰਖਾ ਨਹੀਂ ਹੁੰਦੀ। ਇਸੇ ਤਰ੍ਹਾਂ ਅਰਾਵਲੀ ਪਰਬਤ ਖੇਤਰ ਵੀ ਦੱਖਣ ਪੱਛਮੀ ਮਾਨਸੂਨ ਪੌਣਾਂ ਦੀ ਦਿਸ਼ਾ ਦੇ ਸਮਾਂਤਰ ਉੱਤਰ ਦੱਖਣ ਦਿਸ਼ਾ ਵਿੱਚ ਸਥਿਤ ਹੋਣ ਕਰਕੇ ਵਰਖਾ ਤੋਂ ਬਗੈਰ ਹੀ ਰਹਿ ਜਾਂਦਾ ਹੈ। ਕਿਤੇ ਜਿਹੜੀ ਹਿਮਾਲਿਆ ਪਰਬਤ ਨਾਲ ਰੋਕਦੇ ਆ, ਜਿਹੜੀ ਉਹ ਉੱਤਰ ਪੱਛਮ ਵਿੱਚ ਹੋ ਜਾਂਦੀ ਹੈ, ਅਤੇ ਜਿਹੜਾ ਸਾਡਾ ਅਰਾਵਲੀ ਪਰਬਤ ਆ ਉਹ ਉੱਤਰ ਦੱਖਣ ਦੇ ਸਮਾਂਤਰ ਹੈ। ਇਸ ਕਰਕੇ ਇੱਥੇ ਵੀ ਵਰਖਾ ਘੱਟ ਹੀ ਹੁੰਦੀ ਹੈ। ਇਸ ਪ੍ਰਕਾਰ ਹਿਮਾਲਿਆ ਪਰਬਤ ਦੀ ਹੋਂਦ ਦੇਸ਼ ਅੰਦਰ ਮਾਨਸੂਨੀ ਜਲਵਾਯੂ ਬਣਾਏ ਰੱਖਣ ਲਈ ਸਭ ਤੋਂ ਵੱਡਾ ਤੱਤ ਹੈ। ਨੈਕਸਟ ਪੁਆਇੰਟ ਆ ਜਾਂਦਾ ਵਾਯੂ ਦਾਬ ਪ੍ਰਣਾਲੀ, ਮਤਲਬ ਹਵਾ ਦਾ ਪ੍ਰੈਸ਼ਰ ਕਿਹੋ ਜਿਹਾ ਹੁੰਦਾ। ਗਰਮੀਆਂ ਦੀ ਰੁੱਤ ਦੇ ਸ਼ੁਰੂ ਹੋਣ ਸਾਰ ਹੀ ਸੂਰਜ ਦੀਆਂ ਸਿੱਧੀਆਂ ਕਿਰਨਾਂ ਉੱਤਰੀ ਗੋਲਾ ਰੱਧ ਵਿੱਚ ਕਰਕ ਰੇਖਾ ਵੱਲ ਵਧਣ ਲੱਗਦੀਆਂ ਹਨ, ਅਤੇ ਜਿਸ ਦੇ ਨਤੀਜੇ ਵਜੋਂ ਦੇਸ਼ ਦੇ ਉੱਤਰੀ ਭਾਗਾਂ ਦਾ ਤਾਪਮਾਨ ਵੀ ਵਧਣ ਲੱਗ ਜਾਂਦਾ ਹੈ। ਤਾਪਮਾਨ ਦੇ ਵਾਧੇ ਦੇ ਨਾਲ ਹੀ ਉੱਤਰੀ ਵਿਸ਼ਾਲ ਮੈਦਾਨਾਂ ਵਿੱਚ ਘੱਟ ਹਵਾ ਦੇ ਦਬਾਅ ਦੇ ਕੇਂਦਰ ਬਣਨੇ ਸ਼ੁਰੂ ਹੋ ਜਾਂਦੇ ਹਨ, ਜਿਨ੍ਹਾਂ ਨੂੰ ਅੰਤਰ ਉਸ਼ਣ ਸੁਮੇਲ ਖੇਤਰ ਵੀ ਕਿਹਾ ਜਾਂਦਾ ਹੈ। ਦੂਸਰੇ ਪਾਸੇ ਸਰਦੀਆਂ ਵਿੱਚ ਇਹੀ ਮੈਦਾਨੀ ਭਾਗ ਜ਼ਿਆਦਾ ਠੰਡੇ ਹੋ ਜਾਣ ਕਾਰਨ ਵੱਧ ਦਬਾਅ ਦੇ ਕੇਂਦਰਾਂ ਵਿੱਚ ਤਬਦੀਲ ਹੋ ਜਾਂਦੇ ਹਨ, ਅਤੇ ਘੱਟ ਦਬਾਅ ਹਿੰਦ ਮਹਾਸਾਗਰਾਂ 'ਤੇ ਹੁੰਦਾ ਹੈ। ਹਵਾ ਦਾ ਦਬਾਅ ਬਦਲਦਾ ਰਹਿੰਦਾ ਗਰਮੀਆਂ ਸਰਦੀਆਂ ਦੇ ਵਿੱਚ। ਫਿਰ ਆ ਗਿਆ ਮੌਸਮੀ ਪੌਣਾ। ਪਹਿਲਾ ਪੁਆਇੰਟ ਦੇਖੋ, ਊੜਾ। ਦੇਸ਼ ਦੇ ਅੰਦਰ ਗਰਮੀ ਅਤੇ ਸਰਦੀ ਦੇ ਮੌਸਮ ਸਮੇਂ ਹਵਾ ਦੇ ਦਬਾਅ ਦੀ ਤਬਦੀਲੀ ਹੋ ਜਾਣ ਕਰਕੇ ਮੌਸਮੀ ਪੌਣਾ ਚੱਲਦੀਆਂ ਹਨ। ਗਰਮੀਆਂ ਦੇ 6 ਮਹੀਨੇ ਸਮੁੰਦਰ ਤੋਂ ਥਲ ਵੱਲ ਚੱਲਣ ਵਾਲੀਆਂ ਪੌਣਾ ਗਰਮ ਅਤੇ ਸਿੱਧੀਆਂ, ਅਤੇ ਸਰਦੀਆਂ ਦੇ 6 ਮਹੀਨੇ ਥਲ ਤੋਂ ਜਲ ਵੱਲ ਚੱਲਣ ਵਾਲੀਆਂ ਪੌਣਾ ਠੰਡੀਆਂ ਅਤੇ ਖੁਸ਼ਕ ਹੁੰਦੀਆਂ। ਦੇਖੋ, ਜਦੋਂ ਗਰਮੀਆਂ ਵਿੱਚ ਪੌਣਾ ਚੱਲਦੀਆਂ ਨੇ ਤਾਂ ਉਹ ਕਿੱਧਰੋਂ ਚੱਲਦੀਆਂ ਨੇ? ਮੰਨ ਲਓ ਸਮੁੰਦਰ ਆ, ਸਮੁੰਦਰ ਤੋਂ ਸ਼ੁਰੂ ਹੋ ਕੇ ਧਰਤੀ ਵੱਲ ਆਉਂਦੀਆਂ ਨੇ। ਠੀਕ ਆ, ਅਤੇ ਇਹਦੇ ਵਿੱਚ ਕੀ ਹੁੰਦਾ, ਇਹ ਪੌਣਾ ਇੱਕ ਤਾਂ ਬਹੁਤ ਜ਼ਿਆਦਾ ਗਰਮ ਹੁੰਦੀਆਂ ਨੇ, ਇਹ ਸਿੱਲੀਆਂ ਹੁੰਦੀਆਂ ਨੇ ਕਿਉਂਕਿ ਇਹ 'ਚ ਨਮੀ ਬਹੁਤ ਮਾਤਰਾ ਵਿੱਚ ਹੁੰਦੀ ਹੈ। ਲੇਕਿਨ ਸਰਦੀਆਂ ਦੇ ਵਿੱਚ ਜਿਹੜੀਆਂ ਪੌਣਾ ਆਉਂਦੀਆਂ ਨੇ ਉਹ ਕੀ ਚੱਲਦੀਆਂ?
ਥਲ ਤੋਂ ਚੱਲਦੀਆਂ ਨੇ, ਥਲ ਤੋਂ ਸਮੁੰਦਰ ਵੱਲ ਜਾਂਦੀਆਂ ਨੇ। ਠੀਕ ਆ, ਇਹ ਪੌਣਾ ਕੀ ਹੁੰਦੀਆਂ, ਠੰਡੀਆਂ ਵੀ ਤੇ ਹੁੰਦੀਆਂ ਨੇ ਤੇ ਖੁਸ਼ਕ ਹੁੰਦੀਆਂ, ਇਹਨਾਂ ਵਿੱਚ ਨਮੀ ਦੀ ਮਾਤਰਾ ਨਹੀਂ ਹੁੰਦੀ। ਐੜਾ ਪੁਆਇੰਟ ਦੇਖੋ, ਧਰਾਤਲ ਤੇ ਚੱਲਣ ਵਾਲੀਆਂ ਇਹਨਾਂ ਮਾਨਸੂਨੀ ਜਾਂ ਮਾਨਸੂਨ ਪੌਣਾ ਦੀ ਦਿਸ਼ਾ ਉੱਤੇ ਧਰਾਤਲ ਤੋਂ 3 ਕਿਲੋਮੀਟਰ ਦੀ ਉਚਾਈ ਤੇ ਵਹਿਣ ਵਾਲੀ ਉੱਪਰਲੀ ਹਵਾ ਦਾ ਸੰਚਾਰੀ ਚੱਕਰ ਵੀ ਅਸਰ ਪਾਉਂਦਾ ਹੈ, ਜਿਸ ਨੂੰ ਅਸੀਂ ਜੈਟ ਸਟ੍ਰੀਮ ਕਹਿੰਦੇ ਹਾਂ। ਇਹ ਥੋੜਾ ਵੈਰੀ ਸ਼ਾਰਟ। ਗਰਮੀਆਂ ਵਿੱਚ ਇਹ ਠੰਡੀ ਅਤੇ ਵੱਧ ਦਬਾਅ ਵਾਲੀ ਤੇਜ਼ ਹਵਾ ਦਾ ਪ੍ਰਵਾਹ ਹਿਮਾਲਿਆ ਪਰਬਤ ਲੜੀਆਂ ਦੇ ਪਿੱਛੇ ਤਿੱਬਤ ਦੀ ਪਠਾਰ ਤੇ ਹੁੰਦਾ ਹੈ ਅਤੇ ਸਰਦੀਆਂ ਵਿੱਚ 25 ਡਿਗਰੀ ਉੱਤਰੀ ਅਕਸ਼ਾਂਸ਼ ਤੱਕ ਆ ਜਾਂਦਾ ਹੈ। ਇਸ ਪ੍ਰਵਾਹ ਦੇ ਕਾਰਨ ਹੀ ਗਰਮੀਆਂ ਦੇ ਚੱਕਰਵਾਤ ਅਤੇ ਰੂਮ ਸਾਗਰੀ ਖੇਤਰਾਂ ਦੀਆਂ ਪੱਛਮੀ ਮੌਸਮੀ ਤਬਦੀਲੀਆਂ ਦੇਸ਼ ਦੇ ਉੱਤਰੀ ਭਾਗਾਂ ਵਿੱਚ ਪਹੁੰਚ ਕੇ ਭਰਪੂਰ ਵਰਖਾ ਪ੍ਰਦਾਨ ਕਰਦੀਆਂ ਹਨ। ਨੈਕਸਟ ਆ ਜਾਂਦਾ ਹਿੰਦ ਮਹਾਸਾਗਰ ਦੀ ਨੇੜਤਾ। ਸਮੁੱਚੇ ਦੇਸ਼ ਦੇ ਜਲਵਾਯੂ ਤੇ ਨਾਲ ਲੱਗਦੇ ਵਿਸ਼ਾਲ ਹਿੰਦ ਮਹਾਸਾਗਰ ਨੇ ਅਮਿੱਟ ਛਾਪ ਛੱਡੀ ਹੋਈ ਹੈ। ਹਿੰਦ ਮਹਾਸਾਗਰ ਦੀ ਪੱਧਰੀ ਸਤ੍ਹਾ ਦੇ ਕਾਰਨ ਹੀ ਭੂ-ਮੱਧ ਰੇਖਾ ਦੇ ਦੱਖਣੀ ਭਾਗਾਂ ਤੋਂ ਵੀ ਦੱਖਣ ਪੱਛਮੀ ਮਾਨਸੂਨ ਪੌਣਾ ਪੂਰੀ ਤੇਜ਼ ਗਤੀ ਨਾਲ ਦੇਸ਼ ਵੱਲ ਵਧਦੀਆਂ ਹਨ। ਇਹ ਪੌਣਾ ਸਮੁੰਦਰੀ ਭਾਗਾਂ ਤੋਂ ਚੁੱਕੀ ਹੋਈ ਨਮੀ ਨੂੰ ਸਾਰੇ ਦੇਸ਼ ਵਿੱਚ ਖਿੰਡਾ ਕੇ ਪੂਰੀ ਜੀਵਨ ਸ਼ੈਲੀ ਵਿੱਚ ਜਾਨ ਪਾ ਦਿੰਦੀਆਂ ਹਨ, ਮਤਲਬ ਪੂਰੇ ਦੇਸ਼ ਦੇ ਵਿੱਚ ਇਹ ਵਰਖਾ ਕਰਾਉਂਦੀਆਂ ਨੇ। ਖਾੜੀ ਬੰਗਾਲ ਦੀ ਸਥਿਤੀ ਦੇ ਕਾਰਨ ਹੀ ਸਰਦੀਆਂ ਵਿੱਚ ਕੋਰੋਮੰਡਲ ਤੱਟ ਤੇ ਬਾਰਿਸ਼ ਹੁੰਦੀ ਹੈ ਤੇ ਗਰਮੀਆਂ ਵਿੱਚ ਇੱਥੇ ਪੈਦਾ ਹੋਣ ਵਾਲੇ ਚੱਕਰਵਾਤ ਵੀ ਭਾਰੀ ਵਰਖਾ ਕਰਦੇ ਹਨ। ਪ੍ਰਾਇਦੀਪੀ ਭਾਗ ਨੂੰ 3 ਪਾਸੇ ਤੋਂ ਸਮੁੰਦਰ ਨਾਲ ਘਿਰਿਆ ਹੋਣ ਕਰਕੇ ਤੱਟੀ ਭਾਗਾਂ ਵਿੱਚ ਸਮਕਾਰੀ ਮਤਲਬ ਕਿ ਇੱਕੋ ਜਿਹੀ ਜਲਵਾਯੂ ਮਿਲਦੀ ਹੈ, ਜਿਸ ਵਿੱਚ ਗਰਮੀਆਂ ਵਿੱਚ ਘੱਟ ਗਰਮੀ ਅਤੇ ਸਰਦੀਆਂ ਵਿੱਚ ਘੱਟ ਸਰਦੀ ਹੁੰਦੀ ਹੈ। ਇਸ ਪ੍ਰਕਾਰ ਉਪਰੋਕਤ ਦੱਸੇ ਕਾਰਨਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਭਾਰਤ ਵਿੱਚ ਗਰਮ ਉਸ਼ਣ ਮਾਨਸੂਨੀ ਖੰਡ ਦੀ ਜਲਵਾਯੂ ਮਿਲਦੀ ਹੈ, ਜਿਸ ਵਿੱਚ ਮਾਨਸੂਨ ਪੌਣਾ ਵੱਖੋ-ਵੱਖ ਸਮੇਂ ਤੇ ਦੇਸ਼ ਦੇ ਲਗਭਗ ਸਾਰੇ ਹਿੱਸਿਆਂ ਤੇ ਡੂੰਘਾ ਅਸਰ ਪਾਉਂਦੀਆਂ ਹਨ। ਅੱਜ ਇਹ ਪਹਿਲਾ ਪਾਰਟ ਕੰਪਲੀਟ ਆ ਤੁਹਾਡਾ।